वेलकम स्टूडेंट्स, शुरू करते हैं साडे प्रोनंसीएशन तो। ਇਹ ਹਨ ਉਹ ਵਰਡਸ ਜਿਹੜੇ ਅਕਸਰ ਮਿਸਪ੍ਰੋਨਾਉਂਸ ਕੀਤੇ ਜਾਂਦੇ ਹਨ ਤੇ ਸਾਡਾ ਪਹਿਲਾ ਸ਼ਬਦ ਹੈ PREFER, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ ਤਰਜੀਹ ਦੇਣਾ, ਪਹਿਲ ਦੇਣਾ। ਤਾਂ ਇਹਨੂੰ ਬੋਲ ਕੇ ਦਿਖਾਓ ਕੀ ਹੈ। ਬਹੁਤ ਸਾਰੇ ਲੋਕ ਇਹਨੂੰ ਕਹਿ ਦਿੰਦੇ ਹਨ ਪ੍ਰੈਫਰ। ਐਬਸੋਲੂਟਲੀ ਰੋਂਗ ਜੀ, ਇਹਨੂੰ ਆਪਾਂ ਨੇ ਪ੍ਰੈਫਰ ਨਹੀਂ ਕਹਿਣਾ ਤਾਂ ਫਿਰ ਕੀ ਕਹਿਣਾ ਹੈ? ਇਹ ਹੈ ਪ੍ਰੀਫਰ। ਕੀ ਕਿਹਾ ਮੈਂ? ਹਾਂਜੀ ਪ੍ਰੀਫਰ, ਪ੍ਰੈਫਰ ਨਹੀਂ, ਪ੍ਰੀਫਰ। ਆਪਾਂ ਕਹਿਣਾ ਹੋਵੇ ਉਹ ਕ੍ਰਿਕਟ ਨੂੰ ਤਰਜੀਹ ਦਿੰਦਾ ਹੈ ਤਾਂ ਆਪਾਂ ਕਵਾਂਗੇ he prefers cricket। ਮੈਂ ਹਾਕੀ ਨੂੰ ਤਰਜੀਹ ਦਿੰਦਾ ਹਾਂ, I prefer hockey। ਨਾ ਕਿ ਆਪਾਂ ਇਹ ਕਵਾਂਗੇ ਜੀ I prefer hockey, I prefer ਗਲਤ ਹੈ। ਕੀ ਆਏਗਾ ਇਹ? I prefer, he prefers। ਆਪਾਂ ਕਹਿਣਾ ਹੋਵੇ ਉਹ ਹਾਕੀ ਨੂੰ ਤਰਜੀਹ ਨਹੀਂ ਦਿੰਦਾ ਹੈ, he doesn't prefer hockey। ਤਾਂ ਹਰ ਬਾਰ ਆਪਾਂ ਨੇ ਪ੍ਰੀਫਰ ਹੀ ਕਹਿਣਾ ਹੈ, ਨਾ ਕਿ ਪ੍ਰੈਫਰ। ਇਸ ਇੱਕ ਚੀਜ਼ ਹੋਰ ਦੱਸ ਦੇਵਾਂ, ਇਸ ਤੋਂ ਜੋ ਸ਼ਬਦ ਬਣਦਾ ਹੈ ENCE ਲਾ ਕੇ, ਉਹਨੂੰ ਆਪਾਂ ਨੇ ਪ੍ਰੈਫਰੈਂਸ ਹੀ ਕਹਿਣਾ ਹੈ। ਉਹਨੂੰ ਪ੍ਰੀਫਰੈਂਸ ਕਹਿਣ ਦੀ ਲੋੜ ਨਹੀਂ ਤੁਹਾਨੂੰ, ਉਹਨੂੰ ਆਪਾਂ ਨੇ ਕੀ ਕਹਿਣਾ ਹੈ? ਪ੍ਰੈਫਰੈਂਸ, ਪ੍ਰੈਫਰੈਂਸ। ਲੇਕਿਨ ਇਹ ਕੀ ਹੈ? ਪ੍ਰੀਫਰ। ਤਾਂ ਕਲੀਅਰ ਹੋ ਗਿਆ ਸਟੂਡੈਂਟਸ? ਤਰਜੀਹ ਦੇਣ ਦੀ ਇੰਗਲਿਸ਼ ਪ੍ਰੀਫਰ। ਚਲਦੇ ਅੱਗੇ। ਆਲੂ, ਆਲੂ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆਪਾਂ? ਬੋਲੋ ਕੀ ਕਿਹਾ? ਪੋਟੈਟੋ। ਬਹੁਤ ਸਾਰੇ ਲੋਕ ਕੀ ਆਪਣੇ ਬੋਲ ਦਿੰਦੇ ਹਨ ਪੋਟੈਟੋ। ਗਲਤ, ਪੋਟੈਟੋ ਨਹੀਂ ਕਹਿਣਾ, ਇਹਦਾ ਸਹੀ ਉਚਾਰਨ ਹੈ ਪੋਟੇਟੋ। ਓ ਪੋਟੇਟੋ, ਆਪਾਂ ਪੋਟੈਟੋ ਕਹਿ ਦਿੰਦੇ ਹਾਂ, ਇਟਸ ਪੋਟੇਟੋ। ਆਪਾਂ ਕਹਿਣਾ ਹੋਵੇ what's the rate of potatoes? I want some potatoes, I want some potato chips, ਨਾ ਕਿ ਪੋਟੈਟੋ। ਅੰਗਰੇਜ਼ ਇਹਨੂੰ ਕਦੇ ਵੀ ਪੋਟੈਟੋ ਨਹੀਂ ਕਹਿਣਗੇ, ਸਾਡੇ ਇੱਥੇ ਹੀ ਰਿਵਾਜ ਬਣਾ ਰੱਖਿਆ ਹੈ ਇਹਨੂੰ ਕਹਿਣ ਦਾ ਪੋਟੈਟੋ, ਬਟ ਐਕਚੁਅਲੀ ਕੀ ਹੈ ਸਟੂਡੈਂਟਸ? ਪੋਟੇਟੋ। ਤਾਂ ਅੱਜ ਤੋਂ ਬਾਅਦ ਆਪਾਂ ਇਹਨੂੰ ਕੀ ਕਵਾਂਗੇ? ਹੁਣ ਤੁਸੀਂ ਬੋਲ ਕੇ ਦਿਖਾਓ ਮੈਨੂੰ। ਹਾਂਜੀ ਪੋਟੇਟੋ, ਪੋਟੇਟੋ। ਨੰਬਰ 3, TRIUMPH। ਇਹਦਾ ਮਤਲਬ ਪੰਜਾਬੀ ਦੇ ਵਿੱਚ ਹੁੰਦਾ ਹੈ ਜਿੱਤ। ਇਹਦਾ ਮਤਲਬ ਜਿੱਤ ਵੀ ਹੁੰਦਾ ਹੈ ਤੇ ਇਹਦਾ ਮਤਲਬ ਸਟੂਡੈਂਟਸ ਜਿੱਤਣਾ ਵੀ ਹੁੰਦਾ ਹੈ। ਜਿੱਤ ਜਾਂ ਜਿੱਤਣਾ। ਵਿਨ ਦਾ ਹੀ ਇੱਕ ਸਿਨੋਨਿਮ ਹੈ। ਇਹਨੂੰ ਮੈਂ ਦੇਖਿਆ ਬਹੁਤ ਸਾਰੇ ਲੋਕੀ ਕਹਿ ਦਿੰਦੇ ਹਨ ਟ੍ਰਿੰਫ। ਜੀ ਇੰਡੀਆ ਨੇ ਟ੍ਰਿੰਫ ਹਾਸਲ ਕਰ ਲਈ। ਰੋਂਗ, 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 ਰੋਂਗ। ਇਹਨੂੰ ਆਪਾਂ ਕਵਾਂਗੇ ਟ੍ਰਾਇੰਫ। ਟ੍ਰਿੰਫ ਨਹੀਂ, ਕੀ ਕਵਾਂਗੇ ਆਪਾਂ? ਬੋਲ ਕੇ ਦਿਖਾਓ। ਟ੍ਰਾਇੰਫ, ਟ੍ਰਾਇੰਫ, ਟ੍ਰਾਇੰਫ। ਟ੍ਰਾਇੰਫ ਮੀਨਸ ਜਿੱਤਣਾ। Oh, India has got a big triumph. India has got a triumph. Triumph means ਜਿੱਤ। ਇਹ verb ਵੀ ਹੁੰਦਾ ਹੈ, ਜਿੱਤਣਾ ਵੀ ਹੁੰਦਾ ਹੈ। ਭਾਰਤ ਜਿੱਤ ਗਿਆ ਹੈ, ਇੱਕ ਆਪਾਂ ਕਵਾਂਗੇ ਇੰਡੀਆ ਹੈਜ਼ ਵਨ। ਨਾਲੇ ਵਨ ਨਹੀਂ ਹੁੰਦਾ ਹੈ, ਕੀ ਹੈ? ਵਨ, WN। ਇੰਡੀਆ ਹੈਜ਼ ਵਨ ਨੂੰ ਆਪਾਂ ਕੀ ਕਹਿ ਸਕਦੇ ਹਾਂ? ਇੰਡੀਆ ਹੈਜ਼ ਟ੍ਰਾਇੰਫਡ। ED ਲਿਖ ਦੇਵਾਂਗੇ ਥਰਡ ਫਾਰਮ ਦੇ ਤੌਰ ਤੇ। ਇੰਡੀਆ ਹੈਜ਼ ਟ੍ਰਾਇੰਫਡ। ਤਾਂ ਹੁਣ ਮੇਰੀ ਗੱਲ ਦਿਮਾਗ 'ਚ ਬਿਠਾ ਲਓ ਸਟੂਡੈਂਟਸ, ਇਹਨੂੰ ਟ੍ਰਿੰਫ ਨਹੀਂ ਕਹਿਣਾ। ਕੀ ਕਹਿਣਾ ਹੈ? ਤੁਸੀਂ ਬੋਲ ਕੇ ਦਿਖਾਓ। ਟ੍ਰਾਇੰਫ, ਟ੍ਰਾਇੰਫ ਤੇ triumph. Number 4 is QUASH। ਇਹਦਾ ਪੰਜਾਬੀ ਚ ਮਤਲਬ ਹੁੰਦਾ ਹੈ, ਲਿਖ ਲਓ, ਰੱਦ ਕਰ ਦੇਣਾ। ਇਹਦਾ ਪੰਜਾਬੀ ਚ ਮਤਲਬ ਕੀ ਹੈ ਸਟੂਡੈਂਟਸ? ਰੱਦ ਕਰਨਾ। ਜਿਵੇਂ ਆਪਾਂ ਕਹਿਣਾ ਵੇ ਜੱਜ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਤੁਸੀਂ ਦੇਖੋਗੇ ਕੋਰਟਸ ਦੇ ਵਿੱਚ ਬਹੁਤ ਸਾਰੇ ਲੋਕ ਇਹਨੂੰ ਬੋਲਦੇ ਹਨ ਕੁਐਸ਼। ਜੀ ਜੱਜ ਸਾਹਮਣੇ ਉਹਦੀ ਬੇਲ ਐਪਲੀਕੇਸ਼ਨ, ਉਹਦੀ ਜ਼ਮਾਨਤ ਦੀ ਅਰਜ਼ੀ ਕੁਐਸ਼ ਕਰਤੀ। ਰੋਂਗ, ਐਬਸੋਲੂਟਲੀ ਰੋਂਗ। ਕੁਐਸ਼ ਨਹੀਂ ਕਹਿਣਾ ਅੱਜ ਤੋਂ ਬਾਅਦ, ਆਪਾਂ ਇਹਨੂੰ ਕਵਾਂਗੇ ਕੁਆਸ਼। ਇਹਦਾ ਸਹੀ ਉਚਾਰਨ ਕੀ ਹੈ ਸਟੂਡੈਂਟਸ? ਬੋਲ ਕੇ ਦਿਖਾਓ। ਕੁਆਸ਼, ਕੁਆਸ਼। The judge has quashed, ED ਲੱਗ ਜਾਵੇਗਾ। The judge has quashed his bail application। bail ਦੇ ਸਪੈਲਿੰਗ ਕੀ ਹੁੰਦੇ ਹਨ? BAIL। bail means ਜ਼ਮਾਨਤ। ਆਪਾਂ ਕਹਿਣਾ ਹੋਵੇ ਉਹਨਾਂ ਨੇ ਸਾਡੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। They have quashed our proposal। ਤਾਂ proposal, application ਜਦੋਂ ਆਪਾਂ ਰੱਦ ਕਰਨੀਆਂ ਹੋਣ ਤਾਂ ਇਹਨੂੰ ਆਪਾਂ quash ਕਹਿੰਦੇ ਆ ਸਟੂਡੈਂਟਸ। ਤਾਂ ਇੱਕ ਵਾਰ ਮੈਨੂੰ ਬੋਲ ਕੇ ਦਿਖਾਓ, ਕੀ ਹੈ? ਬੋਲੋ ਹੈ, ਉੱਚੀ ਬੋਲੋ। ਹਾਂਜੀ quash, quash ਨਾ ਕਿ quash। ਕੀ ਹੈ? quash। practice is important। ਚਲਿए ਅੱਗੇ। ਨੰਬਰ 5, CATASTROPHE। ਇਹਦਾ ਮਤਲਬ ਹੁੰਦਾ ਹੈ ਪੰਜਾਬੀ ਦੇ ਵਿੱਚ ਸਟੂਡੈਂਟਸ ਤਬਾਹੀ। ਤਬਾਹੀ ਹੁੰਦਾ ਹੈ।
ਜਿਹਨੂੰ ਆਪਾਂ ਡਿਸਟਰਕਸ਼ਨ ਵੀ ਕਹਿ ਦਿੰਦੇ ਆਪਾਂ, ਡਿਸਟਰਕਸ਼ਨ ਉਸ ਦਾ ਸਿਨੋਨਿਮ ਹੈ। ਆਪਾਂ ਕਹਿਣਾ ਹੋਵੇ ਜੇ ਪੋਲਿਊਸ਼ਨ ਦੀ ਪ੍ਰੋਬਲਮ ਨੂੰ ਨਾ ਰੋਕਿਆ ਨਾ ਤਾਂ ਤਬਾਹੀ ਆ ਜਾਵੇਗੀ ਇੱਥੇ ਸਾਡੀ ਧਰਤੀ ਤੇ। ਇਹਨੂੰ ਬਹੁਤ ਸਾਰੇ ਲੋਕੀ ਬੋਲਦੇ ਹਨ ਕੈਟਾਸਟ੍ਰੋਫ। ਇਹ ਕੈਟਾ ਨਹੀਂ ਹੈ ਸਟੂਡੈਂਟਸ, ਦਿਸ ਇਜ਼ ਨਾਟ ਕੈਟਾ। ਤਾਂ ਫਿਰ ਕੀ ਹੈ ਇਹ, ਮੈਂ ਦੱਸਦਾ, ਥੋੜਾ ਸਮਝਾ ਦੇਣਾ। ਕੈਟਾ ਨਹੀਂ, ਅਸਲ ਦੇ ਵਿੱਚ ਕੈਟਾ ਨਹੀਂ, ਇਹ ਕਟੈ ਤੋਂ ਸ਼ੁਰੂ ਕਰਨਾ ਹੈ। ਲਗਭਗ ਮੈਂ ਲਿਖਿਆ ਕੈਟਾਸਟ੍ਰਫੀ, ਇਹਨੂੰ ਕਹਿਣਾ ਹੈ ਕਟੈ, ਕੈਟਾ ਨਹੀਂ, ਕਟੈ, ਕਟੈਸਟ੍ਰਫੀ, ਸਟ੍ਰੋਫ ਨਹੀਂ, ਸਟ੍ਰਫੀ, ਕਟੈਸਟ੍ਰਫੀ, ਕਟੈਸਟ੍ਰਫੀ। ਆਪਾਂ ਕਹਿਣਾ ਵੇ ਸਾਨੂੰ ਹੁਣੇ ਸਟੈਪਸ ਚੱਕਣੇ ਚਾਹੀਦੇ ਹਨ ਪੋਲਿਊਸ਼ਨ ਰੋਕਣ ਦੇ ਲਈ, ਅਦਰਵਾਈਜ਼ there would be a catastrophe on the planet, there would be a catastrophe, catastrophe। ਮੇਰੇ ਮਗਰ ਬੋਲੋ ਕੀ ਹੈ, ਬੋਲੋ ਇਹ catastrophe, ਹੁਣ ਇਕੱਠਾ ਬੋਲੋ catastrophe, catastrophe। कैटास्ट्रॉफ नहीं कहना, कैटा नहीं है, की है कैटास्ट्रफी। आई थिंक याद हो गया होगा कैटास्ट्रफी। आओ एक बार आप फिर तो बोल के देखिए। नंबर 1 प्रेफर, प्रेफर नहीं कहना। नंबर 2 पोटैटो, ना के पोटैटो। नंबर 3 ट्रायम्फ, जित। नंबर 4 क्वाश, क्वाश मींस रद्द करना। नंबर 5 बोलो कैटास्ट्रफी, कैटास्ट्रफी मींस तबाही। नवोदय स्टूडेंट्स स्पोकन इंग्लिश सेंटेंसेस दे वल सारा फर्स्ट सेंटेंस है ही हैज अ, इनु बोल के दिखाओ की है। आगे पढ़ते चलो, इनु पर सीखांगे फॉर हॉलीवुड मूवीज। ये जो शब्द है PENCHANT, ਇਹਦੇ ਦੋ ਉਚਾਰਨ ਹਨ। ਕਈ ਦੇਸ਼ਾਂ 'ਚ ਇਹਨੂੰ ਪੈਂਚੈਂਟ ਕਹਿੰਦੇ ਹਨ, ਜੋ ਕਿ ਦੇਖਣ 'ਚ ਲੱਗਦਾ ਹੈ, ਪਰ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਇਹਨੂੰ ਪਤਾ ਕੀ ਕਿਹਾ ਜਾਂਦਾ ਹੈ, ਇਹਨੂੰ ਕਿਹਾ ਜਾਂਦਾ ਹੈ पाशा, पाशा। हाँ जी, पाशा, इनू नोट कर लो, पाशा, पाशा। वैसे इत्थे पंजाबी च एग्जैक्टली नहीं लिखा जाता, पर फिर भी मैं इत्थे लिखने की कोशिश करता हाँ। ये लगभग यह जा बन गया पाशा। हुण आपां इह सीखना है कि पाशा दा की मतलब है, पाशा। चलो आओ आपां सीखिए, दिमाग च बिठा लो, बेयर इन माइंड। पाशा का मतलब होंदा है बहुत ज्यादा रुचि, बहुत ज्यादा झुकाव। होर आसान भाषा च आपां कह दिंदे हैं बहुत ही ज्यादा क्रेज, बहुत ही ज्यादा क्रेज नूं आपां पाशा कह दिंदे हैं स्टूडेंट्स। मान लो आपां कहना होवे यार इस मुंडे नूं तां क्रिकेट दा बहुत ज्यादा क्रेज है, बहुत ही ज्यादा झुकाव है क्रिकेट वाले पासे, तां आपां कहांगे दिस बॉय हैज अ पाशा फॉर क्रिकेट। यार उहनूं शॉपिंग दा ਉਹਦਾ ਬਹੁਤ ਜ਼ਿਆਦਾ ਕ੍ਰੇਜ਼ ਹੈ, she has a passion for shopping। ਆਪਾਂ ਇਹ ਵੀ ਪੜ੍ਹ ਲਈਏ, ਇਹ ਕੀ ਸੀ, he has a passion for Hollywood movies, it means ਉਹਨੂੰ ਹਾਲੀਵੁੱਡ ਮੂਵੀਜ਼ ਦਾ ਬਹੁਤ ਜ਼ਿਆਦਾ ਕ੍ਰੇਜ਼ ਹੈ। ਤਾਂ ਇੱਕ ਵਾਰ ਸਿੱਖਣ ਦੇ ਲਈ ਇਹ ਸਮਝ ਲਓ ਬਹੁਤ ਜ਼ਿਆਦਾ ਕ੍ਰੇਜ਼, ਇਹਨੂੰ ਨੋਟ ਕਰ ਲਓ। ਕ੍ਰੇਜ਼ ਦੇ ਸਪੈਲਿੰਗ CRAZE, ਪਾਸ਼ਾ। ਆਪਾਂ ਕਹਿਣਾ ਹੋਵੇ ਇਸ ਮੁੰਡੇ ਨੂੰ मोटरसाइकल्स दा बहुत क्रेज है, दिस बॉय हैज अ पाशा फॉर मोटरसाइकल्स। किसी भी चीज दा बहुत ज्यादा क्रेज नूं आपां कहने स्पोकन दे विच पाशा। आपां कहना वे फॉर एग्जांपल मैनू किताबां दा बहुत ज्यादा क्रेज है, आई हैव अ पाशा फॉर बुक्स। हुण तुसी कोई आम यूज कर सकते हो, कुछ सोच के देखो की आपां कह सकते हैं। आई थिंक इट्स क्लियर, ही हैज अ पाशा फॉर, आगे तुसी कुछ भी इत्थे बोल सकते हो। तो पाशा मीन्स बहुत ज्यादा क्रेज। चलते हैं आगे। आई एम एन अर्ली बर्ड, तुसी कहोगे मैं बर्ड है, बर्ड तो पंछी हुंदा है, मैं तो इंसान है। ओ जी ये तो सिर्फ एक मुहावरा है, एक्सप्रेशन है। एन अर्ली बर्ड असीं उस इंसान नूं कहंदे हां जिहड़ा इंसान सवेरे जल्दी उठ खड़दा है। A person who wakes up early in the morning is known as an early bird। An early bird ਨੂੰ ਜੇ ਆਪਾਂ ਆਸਾਨ ਭਾਸ਼ਾ ਚ ਕਹਿਣਾ ਹੋਵੇ ਤਾਂ ਆਪਾਂ ਇੱਥੇ ਕਹਿ ਦਿੰਦੇ ਹਾਂ an early riser, ਸਵੇਰੇ ਜਲਦੀ ਉੱਠਣ ਵਾਲਾ ਇਨਸਾਨ, an early bird। ਵੈਸੇ ਸਵੇਰ ਜਲਦੀ ਉੱਠਣਾ ਚਾਹੀਦਾ ਹੈ, ਇਹਦੇ ਕਾਫੀ ਸਾਰੇ ਫਾਇਦੇ ਵੀ ਹੁੰਦੇ ਹਨ। ਸੋ ਆਪਾਂ ਅਕਸਰ ਕਿਸੇ ਤੋਂ ਪੁੱਛਦੇ ਹਾਂ are you an early bird? ਦੂਜਾ ਬੰਦਾ ਕਹਿੰਦਾ yes I'm an early bird। कोई ये भी कह सकता है no I'm not an early bird, I wake up late in the morning। So a person who wakes up early in the morning is known as an early bird। अच्छा
ਐਨ अर्ਲੀ ਬਰਡ ਤੋਂ ਇੱਕ ਐਕਸਪ੍ਰੈਸ਼ਨ ਹੋਰ ਲਿਖਦੇ ਆਪਾਂ ਇੱਥੇ, ਇੱਕ ਐਕਸਪ੍ਰੈਸ਼ਨ ਨੋਟ ਕਰ ਲਓ, ਐਨ अर्ਲੀ ਬਰਡ ਡਿਸਕਾਊਂਟ। ਤੁਸੀਂ ਬਹੁਤ ਸਾਰੀਆਂ ਐਡਸ ਦੇ ਵਿੱਚ ਪੜੋਗੇ ਸਟੂਡੈਂਟਸ, ਉੱਥੇ ਲਿਖਿਆ ਹੁੰਦਾ ਹੈ देयर इज एन अर्ली बर्ड डिस्काउंट। ਤਾਂ ਇਹਦਾ ਮਤਲਬ ਕੀ ਹੈ ਕਿ ਜੋ ਜਲਦੀ ਇਸ ਚੀਜ਼ ਨੂੰ ਬਾਏ ਕਰੇਗਾ, ਜਲਦੀ ਖਰੀਦੇਗਾ, ਉਹਨੂੰ ਡਿਸਕਾਊਂਟ ਮਿਲੇਗਾ। ਸੋ one who buys first, or ਜੋ ਜਲਦੀ ਉੱਥੇ ਪਹੁੰਚੇਗਾ, ਜਲਦੀ ਉੱਥੇ ਆ ਚੀਜ਼ ਖਰੀਦੇਗਾ, ਉਹਨੂੰ ਇਹ ਡਿਸਕਾਊਂਟ ਮਿਲੇਗਾ। ਪਹਿਲਾਂ ਪਹੁੰਚਣ ਵਾਲਿਆਂ ਨੂੰ, ਪਹਿਲਾਂ ਖਰੀਦਣ ਵਾਲਿਆਂ ਨੂੰ ਡਿਸਕਾਊਂਟ ਨੂੰ, ਉਸ ਤਰ੍ਹਾਂ ਦੇ ਡਿਸਕਾਊਂਟ ਨੂੰ ਆਪਾਂ ਕੀ ਕਹਿੰਦੇ ਹਾਂ, ਐਨ अर्ਲੀ ਬਰਡ डिस्काउंट। ਆਪਾਂ ਹਮ ਕਹਿੰਦੇ ਹਾਂ ਚੱਲ ਯਾਰ ਆਪਾਂ ਚੀਜ਼ ਖਰੀਦ ਕੇ ਆਈਏ, ਦੂਸਰਾ ਬੰਦਾ ਕਹਿੰਦਾ ਕਿਉਂ ਯਾਰ अर्ਲੀ ਬਰਡ ਡਿਸਕਾਊਂਟ ਦੇ ਰਹੇ ਨੇ ਹੋ। अर्ਲੀ ਬਰਡ ਡਿਸਕਾਊਂਟ ਮੀਨਸ ਜੋ ਪਹਿਲਾਂ ਜਾਏਗਾ ਉਹਨੂੰ ਡਿਸਕਾਊਂਟ ਮਿਲੇਗਾ। ਨੈਕਸਟ ਇਜ਼ ਹੀ ਇਜ਼ ਅ con man। ਕੌਣ ਹੁੰਦਾ con man? ਦੱਸੋ ਦੋਸਤੋ, ਸ਼ਾਬਾਸ਼। con man ਦਾ ਮਤਲਬ ਹੁੰਦਾ ਹੈ ਸਟੂਡੈਂਟਸ ਠੱਗ ਹੁੰਦਾ ਹੈ, ਯਾਦ ਰੱਖ ਲਓ। ਠੱਗ ਨੂੰ ਆਪਾਂ ਅਕਸਰ ਕਹਿ ਦਿੰਦੇ ਹਾਂ con man। con man ਮੀਨਸ ਠੱਗ। ਖਾਨ ਤੋਂ ਬਣਿਆ ਸ਼ਬਦ। ਇੰਗਲਿਸ਼ ਦੇ ਵਿੱਚ ਇੱਕ ਵਰਡ ਹੁੰਦਾ ਖਾਨ। ਖਾਨ ਦਾ ਮਤਲਬ ਹੁੰਦਾ ਹੈ ਠੱਗੀ ਮਾਰਨਾ। ਲਿਖ ਲਓ, ਖਾਨ ਮੀਨਸ ਠੱਗੀ ਮਾਰਨਾ। ਆਪਾਂ ਕਹਿਣਾ ਵੇ he conned me, ਉਹਨੇ ਮੇਰੇ ਨਾਲ ਠੱਗੀ ਮਾਰ ਲਈ, he conned me। ਇਹ ਪਤਾ ਕੀ ਚੀਜ਼ ਹੁੰਦੀ ਹੈ, ਮੈਂ ਇਹਨੂੰ ਚੰਗੀ ਤਰ੍ਹਾਂ ਸਮਝਾਉਂਦਾ ਹਾਂ। con man ਕੌਣ ਹੁੰਦਾ ਹੈ? ਜੋ ਇਨਸਾਨ ਪਹਿਲਾਂ ਤੁਹਾਨੂੰ ਆਪਦੇ ਵਿਸ਼ਵਾਸ 'ਚ ਲੈ ਕੇ ਆਉਂਦਾ ਹੈ, ਫਿਰ ਤੁਹਾਡੇ ਨਾਲ ਠੱਗੀ ਮਾਰਦਾ ਹੈ। ਪਹਿਲਾਂ ਤੁਹਾਡਾ ਵਿਸ਼ਵਾਸ ਜਿੱਤਦਾ ਹੈ, ਫਿਰ ਤੁਹਾਡੇ ਨਾਲ ਠੱਗੀ ਮਾਰਦਾ ਹੈ। ਬਹੁਤ ਸਾਰੇ ਲੋਕ ਹੁੰਦੇ ਨੇ ਸਾਡੇ ਸਮਾਜ ਵਿੱਚ ਜੀ, ਪਹਿਲਾਂ ਸਾਡੇ ਨਾਲ ਬੜੀਆਂ ਮਿੱਠੀਆਂ ਗੱਲਾਂ ਕਰਦੇ ਨੇ, ਹਾਂਜੀ ਏਦਾਂ ਹੋ ਜਾਊਗਾ, ਬਾਅਦ ਸਾਨੂੰ ਠੱਗੀ ਮਾਰਦੇ ਨੇ ਸਾਡੇ ਨਾਲ। ਤਾਂ ਉਹਨਾਂ ਲੋਕਾਂ ਨੂੰ, ਉਸ ਤਰ੍ਹਾਂ ਦੇ ਬੰਦੇ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਾਂ? con man। ਆਪਾਂ ਕਹਿਣਾ ਵੇ ਯਾਰ ਉਹ ਤਾਂ con man ਨਿਕਲਿਆ, he proved to be a con man, he was a con man, he conned me। ਤਾਂ ਹੁਣ ਜੇ ਕੋਈ ਬੋਲਦੇ ਨਾ he is a con man, ਤਾਂ ਤੁਸੀਂ ਸਮਝ ਲੈਣਾ ਹੈ con man ਕੀ ਹੁੰਦਾ ਹੈ? ਠੱਗ। ਤੁਹਾਡੇ 'ਚ ਕੋਈ ਹੈ? ਨਹੀਂ, ਮੈਂ ਨਹੀਂ ਠੱਗ ਕਹਿ ਰਿਹਾ। ਜਿਹਨੂੰ ਇਹਦਾ ਮਤਲਬ ਆਉਂਦਾ ਹੋਵੇ, ਪਹਿਲਾਂ ਤੋਂ ਜਿਹਨੂੰ ਇਹਦਾ ਮਤਲਬ ਆਉਂਦਾ ਹੋਵੇ, ਕੋਈ ਹੈ ਤੁਹਾਡੇ 'ਚੋਂ? ਓਕੇ, con man means ਠੱਗ। ਚੱਲਦੇ ਅੱਗੇ। It was a swanky party। ਕਿਹੜੀ ਪਾਰਟੀ? swanky party। ਨਵਾਂ ਸ਼ਬਦ ਸਿੱਖਣ ਨੂੰ ਮਿਲੇਗਾ ਸਾਨੂੰ ਇੱਥੇ। ਆਹ ਸ਼ਬਦ ਜੇ ਸਾਨੂੰ ਆਉਣ ਲੱਗ ਜੇ ਤਾਂ ਸਾਨੂੰ ਸਾਰਾ ਸੈਂਟੈਂਸ ਸਮਝ ਆ ਜਾਵੇਗਾ। ਬਹੁਤ ਵਾਰੀ ਕਿਹਾ ਜਾਂਦਾ it was a swanky party, it's a swanky party। swanky party ਕਿਹੜੀ ਪਾਰਟੀ ਹੁੰਦੀ ਹੈ ਦੱਸੋ? ਚਲੋ ਆਪਾਂ ਇਹਨੂੰ ਸਿੱਖਦੇ ਹਾਂ। swanky party ਨੂੰ ਆਪਾਂ ਜੇ ਆਸਾਨ ਭਾਸ਼ਾ 'ਚ ਕਹਿਣਾ ਹੋਵੇ ਤਾਂ ਉਹ ਪਾਰਟੀ ਹੁੰਦੀ ਹੈ ਸ਼ਾਨ ਸ਼ੌਕਤ ਵਾਲੀ ਪਾਰਟੀ, ਠਾਠ ਬਾਠ ਵਾਲੀ ਪਾਰਟੀ। ਜਿਹੜੀ ਪਾਰਟੀ ਬਹੁਤ ਜ਼ਿਆਦਾ ਸਟਾਈਲਿਸ਼ ਹੋਵੇ, ਫੈਸ਼ਨੇਬਲ ਹੋਵੇ ਤੇ ਮਹਿੰਗੀ ਹੋਵੇ। ਸਟਾਈਲਿਸ਼ ਐਂਡ ਐਕਸਪੈਂਸਿਵ, ਇਹ ਲਿਖਦੇ ਨੇ। ਚਲੋ ਇੱਕ ਵਾਰ ਆਪਾਂ ਫਿਰ ਆਪਾਂ ਸਮਝਦੇ ਹਾਂ ਸਟਾਈਲਿਸ਼ ਐਂਡ ਐਕਸਪੈਂਸਿਵ। ਆਪਾਂ ਦੇਖਦੇ ਨਹੀਂ ਹੁੰਦੇ ਜਿਵੇਂ ਅੰਬਾਨੀ ਵਗੈਰਾ ਲੋਕ, ਅੰਬਾਨੀ ਹੋ ਰਹੇ ਇੰਨੀਆਂ ਪਾਰਟੀਜ਼ ਕਰਦੇ ਨੇ, ਕੋਈ ਸ਼ਾਹਰੁਖ ਖਾਨ ਦੀ ਪਾਰਟੀ ਹੋ ਗਈ, ਬਾਲੀਵੁੱਡ ਐਕਟਰਸ ਦੀ ਪਾਰਟੀ ਹੋ ਗਈਆਂ। ਇਹ ਸਾਰੀਆਂ ਪਾਰਟੀਜ਼ ਨੂੰ ਆਪਾਂ ਜਿਹੜੀਆਂ ਬਹੁਤ ਜ਼ਿਆਦਾ ਸ਼ਾਨੋ ਸ਼ੌਕਤ ਵਾਲੀਆਂ ਹੁੰਦੀਆਂ ਨੇ, ਬਹੁਤ ਮਹਿੰਗੀਆਂ ਪਾਰਟੀਜ਼ ਹੁੰਦੀਆਂ ਨੇ, ਸ਼ਾਨਦਾਰ ਤਾਂ ਹੁੰਦੀਆਂ ਨੇ, ਬੜੀਆਂ ਸਟਾਈਲਿਸ਼ ਤੇ ਮਹਿੰਗੀਆਂ ਪਾਰਟੀਜ਼ ਨੂੰ ਆਪਾਂ ਕਹਿੰਦੇ ਹਾਂ ਸਵੈਂਕੀ ਪਾਰਟੀਜ਼। ਯਾਦ ਹੋ ਗਿਆ? ਤਾਂ ਇਹਨੂੰ ਜੇ ਪੰਜਾਬੀ 'ਚ ਯਾਦ ਰੱਖਣਾ ਹੋਵੇ, ਠਾਠ ਬਾਠ ਵਾਲੀਆਂ ਪਾਰਟੀਜ਼, ਸ਼ਾਨੋ ਸ਼ੌਕਤ ਵਾਲੀਆਂ ਪਾਰਟੀਜ਼ ਕਹਿੰਦੇ ਨੇ ਆਪਾਂ। ਆਈ ਥਿੰਕ ਸਮਝ ਆ ਗਿਆ। ਕੱਲੀ ਪਾਰਟੀ ਨਾਲ ਨਹੀਂ ਚੱਲਦਾ ਵਰਡ, ਇਹ ਸਵੈਂਕੀ ਵਰਡ ਦੋ ਤਿੰਨ ਥਾਵਾਂ ਤੇ ਹੋਰ ਵੀ ਮਿਲੇਗਾ ਤੁਹਾਨੂੰ। ਕਾਰ ਦੇ ਨਾਲ ਅਕਸਰ ਲੱਗਿਆ ਹੁੰਦਾ ਹੈ। ਆਪਾਂ ਆਮ ਕਹਿੰਦੇ ਆ ਦਿਸ ਇਜ਼ ਅ ਸਵੈਂਕੀ ਕਾਰ। ਮੈਂ ਨਾ ਦੁਬਈ ਗਿਆ, ਉੱਥੇ ਬੜੀਆਂ ਸਵੈਂਕੀ ਕਾਰਸ ਦੇਖੀਆਂ। ਤਾਂ ਹੁਣ ਤੁਹਾਨੂੰ ਹੋਰ ਸਮਝ ਆ ਜਾਵੇਗਾ ਸਵੈਂਕੀ ਮੀਨਸ ਬਹੁਤ ਹੀ ਮਹਿੰਗੀਆਂ ਤੇ ਬਹੁਤ ਹੀ ਸਟਾਈਲਿਸ਼। ਉਹਨਾਂ ਨੂੰ ਕੀ ਕਵਾਂਗੇ? ਸਵੈਂਕੀ ਕਾਰਸ। ਇਹ ਹੋਟਲਸ ਦੇ ਨਾਲ ਤੁਹਾਨੂੰ ਕਾਫੀ ਸ਼ਬਦ ਮਿਲੇਗਾ। ਆਪਾਂ ਕਹਿਣਾ ਵੇ ਇੱਕ ਵਾਰ ਮੈਂ ਯਾਰ ਦੁਬਈ ਦੇ ਵਿੱਚ ਇੱਕ ਸਵੈਂਕੀ ਹੋਟਲ ਦੇ ਵਿੱਚ ਗਿਆ, ਸਿੰਗਾਪੁਰ ਦੇ ਵਿੱਚ ਇੱਕ ਸਵੈਂਕੀ ਹੋਟਲ ਦੇ ਵਿੱਚ ਜਾ ਕੇ ਠਹਿਰਿਆ। ਸਵੈਂਕੀ ਹੋਟਲ ਕਿਹੜਾ ਹੁੰਦਾ ਹੈ? ਕੋਈ ਸ਼ੱਕ ਨਹੀਂ, ਬਹੁਤ ਸਟਾਈਲਿਸ਼ ਤੇ ਬਹੁਤ ਮਹਿੰਗਾ। ਉਸ ਤਰ੍ਹਾਂ ਦੇ ਹੋਟਲ ਨੂੰ ਆਪਾਂ ਕੀ ਕਹਿੰਦੇ ਹਾਂ? ਸਵੈਂਕੀ ਹੋਟਲ। ਤਾਂ ਆਪਾਂ ਨੇ ਪੜਿਆ ਪਹਿਲਾ ਵਰਡ ਭਾਸ਼ਾ। ਤੁਸੀਂ ਵੀ ਬੋਲੋ ਯਾਰ ਕੀ ਇਹ? ਭਾਸ਼ਾ। ਭਾਸ਼ਾ ਮੀਨਸ ਬਹੁਤ ਜ਼ਿਆਦਾ ਕ੍ਰੇਜ਼। ਇਹਦੇ ਨਾਲ ਆਪਾਂ ਨੇ ਫॉर ਲਿਖਣਾ ਹੈ। ਨੰਬਰ 2 अर्ਲੀ ਬਰਡ, ਸੁਬਹ ਜਲਦੀ ਉੱਠਣ ਵਾਲਾ। ਅੱਛਾ ਇੱਥੇ ਇੱਕ ਚੀਜ਼ ਹੋਰ ਦੱਸ ਦੇਵਾਂ,
ਜਿਹੜਾ ਬੰਦਾ ਰਾਤ ਤੱਕ ਕੰਮ ਕਰਦਾ ਹੈ, ਰਾਤ ਨੂੰ ਲੇਟ ਸੌਂਦਾ ਹੈ, ਰਾਤ ਨੂੰ ਜਾਗਦਾ ਰਹਿੰਦਾ ਹੈ, ਉਸ ਬੰਦੇ ਲਈ ਅੱਜ ਕੱਲ ਇੱਕ ਸ਼ਬਦ ਬਹੁਤ ਪ੍ਰਚਲਿਤ ਹੈ, ਅ ਨਾਈਟ ਔਲ। ਔਲ ਮੀਨਸ ਉੱਲੂ। ਉੱਲੂ ਜ਼ਿਆਦਾਤਰ ਰਾਤ ਨੂੰ ਜਾਗਦੇ ਹਨ, ਤਾਂ ਨਾਈਟ ਔਲ ਜੋ ਸਾਡੀ ਅੱਜ ਕੱਲ ਦੀ ਜਨਰੇਸ਼ਨ ਹੈ, ਅਸੀਂ ਦੇਖਦੇ ਹਾਂ ਉਹ ਲੇਟ ਦੇਰ ਰਾਤ ਤੱਕ ਕੰਮ ਕਰਦੀ ਹੈ। ਤਾਂ ਜੋ ਇਨਸਾਨ ਦੇਰ ਰਾਤ ਤੱਕ ਕੰਮ ਕਰਦਾ ਹੈ, ਉਸ ਬੰਦੇ ਨੂੰ ਆਪਾਂ ਕੀ ਕਹਿੰਦੇ ਹਾਂ? ਅ ਨਾਈਟ ਔਲ। ਹੁਣ ਤੁਸੀਂ ਮੈਨੂੰ ਦੱਸੋ, ਕੀ ਤੁਸੀਂ ਐਨ अर्ਲੀ ਬਰਡ ਹੋ ਜਾਂ ਫਿਰ ਅ ਨਾਈਟ ਔਲ ਹੋ? ਇਹ ਤੁਸੀਂ ਦੇਖਣਾ ਹੈ। ਨੰਬਰ 3 ਇਜ਼ ਖਾਨਮੈਨ। ਖਾਨਮੈਨ ਕੀ ਸੀ? ਠੱਗ। ਨੰਬਰ 4 ਇਜ਼ ਸਵੈਂਕੀ, ਸਟਾਈਲਿਸ਼ ਐਂਡ ਐਕਸਪੈਂਸਿਵ। ਸਟਾਈਲਿਸ਼ ਐਂਡ ਐਕਸਪੈਂਸਿਵ। ਸਵੈਂਕੀ ਪਾਰਟੀ, ਸਵੈਂਕੀ ਕਾਰ, ਸਵੈਂਕੀ ਹੋਟਲ। Next sentence is, it is a cushy job. ਇੱਕ ਤੈਨੂੰ ਜੌਬ ਨਹੀਂ ਕਹਿਣਾ, ਜੌਬ। ਖੁਸ਼ੀ ਜੌਬ ਕਿਹੜੀ ਹੁੰਦੀ ਹੈ ਸਟੂਡੈਂਟਸ? ਦੱਸੋ ਹੁਣ ਮੈਨੂੰ। ਖੁਸ਼ੀ ਜੌਬ, ਓ ਖੁਸ਼ੀ ਜੌਬ ਦਾ ਮਤਲਬ ਹੁੰਦਾ ਹੈ ਬੜੀ ਆਰਾਮ ਵਾਲੀ ਨੌਕਰੀ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਇੱਕ ਤਾਂ ਇਹਦੇ ਵਿੱਚ ਆਰਾਮ ਬਹੁਤ ਹੁੰਦਾ ਹੈ, ਇਹਦੇ ਵਿੱਚ ਐਫਰਟਸ ਬੜੀਆਂ ਘੱਟ ਹੁੰਦੀਆਂ ਨੇ, ਬੜਾ ਆਰਾਮ ਹੁੰਦਾ ਇਹਦੇ ਵਿੱਚ, ਖੁਸ਼ੀ ਜੌਬ ਦੇ ਵਿੱਚ। ਦੂਸਰੀ ਇਹ ਚੀਜ਼ ਦੇਖੀਏ, ਇਹ ਸਟ੍ਰੈਸ ਫ੍ਰੀ ਦੀ ਜੌਬ ਹੁੰਦੀ ਹੈ, ਇਹਦੇ ਵਿੱਚ ਜ਼ਿਆਦਾ ਕੋਈ ਵਰਕਲੋਡ, ਕੋਈ ਸਟ੍ਰੈਸ ਵਗੈਰਾ ਨਹੀਂ ਹੁੰਦਾ, ਤੇ ਅਕਸਰ ਇਹ ਵੈਲ ਪੇਡ ਹੁੰਦੀ ਹੈ। ਸੋ ਇਹ ਉਹ ਜੌਬ ਹੈ ਜੋ ਅੱਜ ਕੱਲ ਦੇ ਯੰਗਸਟਰਸ ਚਾਹੁੰਦੇ ਹਨ। ਬਹੁਤ ਸਾਰੇ ਲੋਕੀ ਚਾਹੁੰਦੇ ਹਨ ਯਾਰ ਸਾਡੀ ਨੌਕਰੀ ਬੜੀ ਆਰਾਮਦਾਇਕ ਹੋਵੇ, ਪੈਸਾ ਵੀ ਬਹੁਤ ਹੋਵੇ ਉਹਦੇ ਵਿੱਚ, ਆਰਾਮਦਾਇਕ ਹੋਵੇ, ਕੋਈ ਜ਼ਿਆਦਾ ਭੱਜ ਨੱਠ ਨਾ ਕਰਨੀ ਪਵੇ, ਨਾ ਜ਼ਿਆਦਾ ਵਰਕਲੋਡ ਹੋਵੇ, ਬੜੀ ਆਰਾਮਦਾਇਕ ਨੌਕਰੀ ਨੂੰ ਆਪਾਂ ਕੀ ਕਹਿੰਦੇ ਇੰਗਲਿਸ਼ ਦੇ ਵਿੱਚ? ਬੜੀ ਆਸਾਨ, ਬੜੀ ਆਰਾਮਦਾਇਕ ਨੌਕਰੀ ਨੂੰ ਆਪਾਂ ਕਹਿੰਦੇ ਹਾਂ ਖੁਸ਼ੀ ਜੌਬ। ਆਪਾਂ ਅਕਸਰ ਕਹਿੰਦੇ ਆ, ਓ ਹੀ ਵਾਂਟਸ ਟੂ ਡੂ ਅ ਖੁਸ਼ੀ ਜੌਬ, ਪਰ ਹਰੇਕ ਨੂੰ ਇਹ ਨਹੀਂ ਮਿਲਦੀ, ਮਿਹਨਤ ਕਰਨੀ ਪੈਂਦੀ ਹੈ ਸਟੂਡੈਂਟਸ ਇਹਦੇ ਲਈ। ਤਾਂ ਅੱਜ ਆਪਾਂ ਨੇ ਸਿੱਖਿਆ ਖੁਸ਼ੀ ਜੌਬ ਮੀਨਸ ਆਸਾਨ, ਆਰਾਮਦਾਇਕ ਨੌਕਰੀ ਨੂੰ ਆਪਾਂ ਕਹਿੰਦੇ ਹਾਂ ਖੁਸ਼ੀ ਜੌਬ। ਨੰਬਰ 6, he puked on the sofa। ਹੁਣ ਇੱਥੇ ਸੋਫਾ ਤਾਂ ਆਪਾਂ ਨੂੰ ਪਤਾ ਹੀ ਹੈ ਕੀ ਹੈ। ਪਿਊਕ ਸ਼ਬਦ ਹੈ ਜਿਹੜਾ ਆਪਾਂ ਸਿੱਖਣਾ ਹੈ। ਆਮ ਬੋਲਦੇ ਨੇ, ਓ ਹੀ puked on the sofa। ਪਿਊਕ ਦਾ ਮਤਲਬ ਕੀ ਹੁੰਦਾ ਹੈ? ਦੱਸੋ ਸ਼ਾਬਾਸ਼। ਓਕੇ, ਪਿਊਕ ਨੂੰ ਆਪਾਂ ਸਟੂਡੈਂਟਸ ਕਹਿ ਦਿੰਦੇ ਹਾਂ ਵੋਮਿਟ। ਹਾਂਜੀ, ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਉਲਟੀ ਕਰਨਾ, ਉਹਨੂੰ ਇੰਗਲਿਸ਼ ਦੇ ਵਿੱਚ ਇੱਕ ਤਾਂ ਕਹਿ ਦਿੰਦੇ ਹਨ ਵੋਮਿਟ, ਪਰ ਸਪੋਕਨ ਦੇ ਵਿੱਚ ਉਹਨੂੰ ਪਿਊਕ ਵੀ ਕਿਹਾ ਜਾਂਦਾ ਹੈ। ਆਪਾਂ ਕਹਿਣਾ ਵੇ, ਓ the child puked on the bed, the child puked on the floor। ਬੱਚੇ ਨੇ ਫਲੋਰ ਤੇ ਉਲਟੀ ਕਰਤੀ। ਉਲਟੀ ਕਰਨ ਦੀ ਇੰਗਲਿਸ਼, ਵੋਮਿਟ ਕਰਨ ਦੀ ਇੰਗਲਿਸ਼ ਆਪਾਂ ਕੀ ਕਵਾਂਗੇ? ਪਿਊਕ। ਬੋਲ ਕੇ ਦਿਖਾਓ ਕਿਹੜਾ ਵਰਡ ਹੈ ਇਹ? ਪਿਊਕ। ਤਾਂ ਇਹ ਵੀ ਕਲੀਅਰ ਹੋ ਗਿਆ। he puked on the sofa means he vomited on the sofa। ਇੱਥੇ ਇੱਕ ਚੀਜ਼ ਬੜੀ ਇੰਪੋਰਟੈਂਟ ਹੈ, vomited ਦੇ ਸਪੈਲਿੰਗ ਦੱਸੋ ਕੀ ਹੋਣਗੇ? ਬਹੁਤ ਵਾਰ ਅਸੀਂ ਦੇਖਿਆ ਆ ਜਿਹੜਾ ਲਾਸਟ ਤੇ ਆਇਆ ਹੈ ਨਾ TI ਹੈ, ਇਹ ਅਸੀਂ ਡਬਲ ਕਰ ਦੇਣੇ ਹੈ, 2 ਵਾਰੀ ਲਿਖਦੇ ਨੇ, ਥਰਡ ਫਾਰਮ ਲਿਖਣ ਲੱਗੇ। ਬਟ ਯਾਦ ਰੱਖਿਓ, ਵੋਮਿਟਿੰਗ ਜਾਂ ਵੋਮਿਟਡ ਜਦੋਂ ਲਿਖਣਾ ਹੈ ਤਾਂ ਤੁਸੀਂ T ਨੂੰ ਸਿੰਗਲ ਹੀ ਰੱਖਣਾ ਹੈ। ਇਹ ਬਹੁਤ ਵੱਡੀ ਗਲਤੀ ਹੈ ਸਪੈਲਿੰਗਸ ਦੇ ਵਿੱਚ, VOMITED ਆਏਗਾ, ਤੇ ਵੋਮਿਟਿੰਗ ਦੇ ਵਿੱਚ ਵੀ TING। ਚਲੋ ਆਪਾਂ ਅੱਗੇ ਵਧਦੇ ਹਾਂ। I'm dog tired। ਜੇ ਤੁਹਾਨੂੰ ਕੋਈ ਕਹੇ ਓ I'm dog tired, ਤਾਂ ਤੁਸੀਂ ਇਹ ਨਾ ਕਹੀਓ ਲੈ ਤਾਂ ਆਪਣੇ ਆਪ ਨੂੰ ਡੌਗ ਕਹੀ ਜਾਂਦਾ ਹੈ, ਆਪਣੇ ਆਪ ਨੂੰ ਕੁੱਤਾ ਕਿਉਂ ਕਹਿ ਰਿਹਾ ਹੈ? ਓਫੋ, ਡੌਗ ਟਾਇਰਡ ਹੈ ਨਾ ਕਿ ਕੱਲਾ ਡੌਗ ਹੈ। ਡੌਗ ਟਾਇਰਡ ਇੰਗਲਿਸ਼ ਦਾ ਇੱਕ ਐਕਸਪ੍ਰੈਸ਼ਨ ਹੈ ਜਿਸ ਦਾ ਮਤਲਬ ਹੁੰਦਾ ਹੈ ਬਹੁਤ ਥੱਕਿਆ ਹੋਇਆ, ਵੈਰੀ ਟਾਇਰਡ। ਤਾਂ ਸਪੋਕਨ ਦੇ ਵਿੱਚ ਬਹੁਤ ਥੱਕੇ ਹੋਏ ਨੂੰ ਅਸੀਂ ਕੀ ਕਹਿੰਦੇ ਹਾਂ? ਡੌਗ ਟਾਇਰਡ। ਆਪਾਂ ਕਹਿਣਾ ਵੇ ਯਾਰ ਮੈਂ ਨਹੀਂ ਹੁਣ ਚੱਲ ਸਕਦਾ, I can't walk now, I'm dog tired। I'm dog tired means I'm very tired। ਇੱਥੇ ਇੱਕ ਦੋ ਸ਼ਬਦ ਮੈਂ ਹੋਰ ਦੱਸ ਦੇਵਾਂ। ਜਦੋਂ ਇਨਸਾਨ ਬਹੁਤ ਥੱਕਿਆ ਹੋਵੇ ਸਟੂਡੈਂਟਸ, ਤਾਂ ਤੁਸੀਂ ਉਹਨੂੰ ਇਹ ਵੀ ਕਹਿ ਸਕਦੇ ਹੋ exhausted, EXHAUSTED। ਆਪਾਂ ਕਹਿਣਾ ਵੇ ਯਾਰ ਮੈਂ ਤਾਂ ਬਹੁਤ ਥੱਕਿਆ ਹੋਇਆ, oh I'm exhausted, I can't walk। exhausted means ਥੱਕਿਆ ਹੋਇਆ, ਥੱਕਿਆ ਹੋਇਆ। And next is fatigued, FATIGUED। ਇਹ ਅਗਲੇ ਲੈਕਚਰਸ ਦੇ ਵਿੱਚ ਵੀ ਆਉਣਗੇ ਸ਼ਬਦ, ਰਿਵੀਜ਼ਨ ਹੋ ਜਾਵੇਗੀ। fatigued, oh I'm fatigued, ਮੈਨੂੰ ਆਰਾਮ ਚਾਹੀਦਾ ਹੈ, I need some rest, I can't move, I can't go there, I'm fatigued। fatigued
ਤੁਸੀਂ ਵੀ ਬੋਲੋ ਯਾਰ, ਕਿਹੜਾ ਵਰਡ ਹੈ ਇਹ? ਫੈਟੀਗਡ, ਫੈਟੀਗਡ। ਤੇ ਲਾਸਟ ਆਪਾਂ ਇੱਥੇ ਸਿੱਖਣ ਜਾ ਰਹੇ ਹਾਂ, ਐਕਚੁਅਲ ਚ ਉਹਦੇ ਦੋ ਮਤਲਬ ਹੁੰਦੇ ਹਨ। worn out, ਸਪੋਕਨ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ worn out। ਇਹ worn ਅਸਲ ਦੇ ਵਿੱਚ where ਦੀ ਥਰਡ ਫਾਰਮ ਹੈ। where ਜਿਹਦਾ ਮਤਲਬ ਪਹਿਨਣਾ ਹੁੰਦਾ ਹੈ, ਉਹਦੀ ਥਰਡ ਫਾਰਮ ਹੈ worn out। ਜਦੋਂ ਕੋਈ ਇਨਸਾਨ worn out ਹੋਵੇ, ਇਹਨੂੰ ਯਾਦ ਕਰ ਲਓ ਸਟੂਡੈਂਟਸ, ਉਹ ਥੱਕਿਆ ਹੁੰਦਾ ਹੈ। ਆਪਾਂ ਕਹਿਣਾ ਵੇ ਮੈਂ ਥੱਕਿਆ ਹੋਇਆ ਯਾਰ, ਮੈਂ ਨਹੀਂ ਉੱਥੇ ਜਾ ਸਕਦਾ। Oh, I'm worn out, I can't go there। ਯਾਰ ਉਹ ਬੱਚਾ ਥੱਕਿਆ ਹੋਇਆ ਹੈ, ਉਹ ਨਹੀਂ ਚੱਲ ਸਕਦਾ। That child is worn out, he can't move, he can't go। worn out means ਥੱਕਿਆ ਹੋਇਆ। ਤਾਂ ਇੱਕ ਵਾਰ ਤਿੰਨੋਂ ਬੋਲ ਕੇ ਦਿਖਾਓ। ਇੱਥੇ ਇੱਕ ਚੀਜ਼ ਮੈਂ ਹੋਰ ਦੱਸੂਗਾ ਸਟੂਡੈਂਟਸ, ਪਹਿਲਾਂ ਬੋਲ ਕੇ ਦਿਖਾਓ। ਬਹੁਤ ਥੱਕੇ ਹੋਣ ਦੇ ਲਈ ਆਪਾਂ ਕੀ ਕੁਝ ਪੜਿਆ? dark tired, next exhausted, next fatigued, next worn out। ਕਿਹੜਾ ਵਰਡ ਹੈ? ਐਕਸਪ੍ਰੈਸ਼ਨ ਕੀ ਹੈ? worn out। ਇਹ worn out ਇੱਕ ਥਾਂ ਤੇ ਹੋਰ ਵੀ ਕੰਮ ਆਉਂਦਾ ਹੈ, ਨੋਟ ਕਰ ਲਓ। ਜਿਵੇਂ ਆ ਲਿਖਿਆ ਹੈ worn out shoes ਹੋ ਸਕਦੇ ਹਨ, worn out clothes ਹੋ ਸਕਦੇ ਹਨ, ਪਰ ਹੈ ਕੀ ਇਹ? ਜੀ ਯਾਦ ਰੱਖੋ। ਅੱਛਾ, worn out shoes ਦਾ ਮਤਲਬ ਮੈਂ ਆਸਾਨ ਭਾਸ਼ਾ ਚ ਸਮਝਾ ਦਿੰਦਾ ਹਾਂ। ਇਹਦਾ ਮਤਲਬ ਹੈ ਬਹੁਤ ਹੀ ਜ਼ਿਆਦਾ ਯੂਜ਼ ਕਰ ਕਰਕੇ, ਆਪਾਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਘਸੇ ਪਿਟੇ ਹੋਏ ਪੁਰਾਣੇ ਜੇ ਜੁੱਤੇ, ਉਹ ਜੁੱਤੇ, ਉਹ ਸ਼ੂਜ਼ ਆਪਾਂ ਐਨੇ ਯੂਜ਼ ਕਰ ਲਏ ਕਿ ਹੁਣ ਉਹ ਘਸ ਪਿਟ ਗਏ ਨੇ। ਤਾਂ ਉਹਨਾਂ ਜੁੱਤਿਆਂ ਨੂੰ, ਉਹਨਾਂ ਕੱਪੜਿਆਂ ਨੂੰ, ਉਹਨਾਂ ਚੀਜ਼ਾਂ ਨੂੰ ਅਸੀਂ ਅਕਸਰ worn out ਕਹਿ ਦਿੰਦੇ ਹਾਂ ਸਟੂਡੈਂਟਸ। ਆਪਾਂ ਅਕਸਰ ਕਹਿ ਦਿੰਦੇ ਹਾਂ ਯਾਰ ਇਹ ਜੁੱਤੇ ਨਾ ਘਸ ਪਿਟ ਕੇ ਬਹੁਤ ਪਾਲੇ ਹੋਣੇ, ਇਹਨੂੰ ਸੁੱਟ ਦੋ। ਥਰੋ ਥੀਸ worn out shoes। ਯਾਰ ਆ ਸ਼ਰਟ ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ, ਬਹੁਤ ਜ਼ਿਆਦਾ ਯੂਜ਼ ਕਰ ਲਈ, ਬਹੁਤ ਵਾਰੀ ਪਾ ਲਈ, ਹੁਣ ਤੈਨੂੰ ਮੈਂ ਨਵੀਂ ਲਿਆ ਕੇ ਦੇਵਾਂਗਾ, ਇਹਨੂੰ ਛੱਡ ਦੇ, ਸਿੱਟ ਦੇ। ਥਰੋ ਦਿਸ, ਡੰਪ ਦਿਸ, ਥਰੋ ਦਿਸ worn out shirt। ਤਾਂ worn out ਦਾ ਮਤਲਬ ਉਹ ਚੀਜ਼ ਜਿਹਨੂੰ ਆਪਾਂ ਬਹੁਤ ਜ਼ਿਆਦਾ ਯੂਜ਼ ਕਰ ਚੁੱਕੇ ਹਾਂ ਤੇ ਉਸ ਕਾਰਨ ਉਹ ਹੁਣ ਘਸ ਪਿਟ ਗਈ ਹੈ, ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ, ਬਹੁਤ ਹੀ ਜ਼ਿਆਦਾ ਘਸ ਪਿਟ ਚੁੱਕੀ ਹੈ, ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ worn out। worn out ਬੈਗ ਹੋ ਸਕਦਾ ਹੈ, ਬਹੁਤ ਸਾਰੀ ਚੀਜ਼ਾਂ ਹੋ ਸਕਦੀਆਂ ਨੇ, ਮੈਂ ਇੱਥੇ ਸਿਰਫ ਦੋ ਐਗਜ਼ਾਮਪਲਸ ਦਿੱਤੀਆਂ। worn out shoes ਹੋ ਸਕਦੇ ਨੇ, worn out clothes ਹੋ ਸਕਦੇ ਨੇ, ਤੁਸੀਂ ਕੁਝ ਵੀ ਕਹਿ ਸਕਦੇ ਹੋ। ਤਾਂ dog tired means ਥੱਕਿਆ ਹੋਇਆ। ਇੱਕ ਵਾਰ ਆਪਾਂ ਫਿਰ ਤੋਂ ਬੋਲਦੇ ਹਾਂ, ਖੁਸ਼ੀ ਜੌਬ, ਬੜੀ ਆਸਾਨ ਤੇ ਆਰਾਮਦਾਇਕ ਨੌਕਰੀ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਖੁਸ਼ੀ ਜੌਬ। ਪੁਕ, ਵੋਮਿਟ ਕਰਨਾ, ਬਹੁਤ ਥੱਕਿਆ ਹੋਇਆ, dog tired, exhausted, fatigued ਤੇ worn out। ਤੇ worn out means ਕੋਈ ਘਸ ਪਿਟ ਚੁੱਕੀ ਚੀਜ਼ ਨੂੰ ਆਪਾਂ ਵੀ worn out ਕਹਿ ਦਿੰਦੇ ਹਾਂ। Next sentences, it's about to rain। ਇਹਦਾ ਕੀ ਮਤਲਬ ਹੈ? ਦੇਖੋ, about ਦਾ ਇੱਕ ਤਾਂ ਮਤਲਬ ਹੁੰਦਾ ਹੈ ਲਗਭਗ, ਹਨਾ, ਸਾਰਿਆਂ ਨੂੰ ਪਤਾ ਹੈ about means ਲਗਭਗ। ਪਰ ਯਾਦ ਰੱਖੋ ਸਟੂਡੈਂਟਸ, ਸਪੋਕਨ ਦੇ ਵਿੱਚ about to ਅਸੀਂ ਬਹੁਤ ਬੋਲਦੇ ਹਾਂ। about to ਦਾ ਮਤਲਬ ਹੁੰਦਾ ਹੈ ਹੋਣ ਹੀ ਵਾਲਾ ਹੈ। ਜੀ ਹਾਂ, ਇੱਥੇ it's about, ਇਹ ਜੋ it's ਹੈ ਇਹਦਾ ਮਤਲਬ ਹੈ it is about to rain। it is about to rain ਦਾ ਮਤਲਬ ਹੋ ਗਿਆ ਕਿ ਮੀਂਹ ਪੈਣ ਹੀ ਵਾਲਾ ਹੈ। ਸੋ ਇਹਨੂੰ ਯਾਦ ਰੱਖੋ, about to ਦਾ ਮਤਲਬ ਹੁੰਦਾ ਹੈ ਇਹ ਚੀਜ਼ ਜਾਂ ਕੋਈ ਵੀ ਚੀਜ਼ ਹੋਣ ਹੀ ਵਾਲੀ ਹੈ। ਹੋਣ ਹੀ ਵਾਲਾ ਹੈ ਜਾਂ ਹੋਣ ਹੀ ਵਾਲਾ ਹੈ ਜਾਂ ਵਾਲੀ ਹੈ, ਜੋ ਵੀ ਦੋਨਾਂ ਦੇ ਵਿੱਚੋਂ ਸੈਂਟੈਂਸ ਦੇ ਮੁਤਾਬਕ ਆਪਾਂ ਕਹਿਣਾ ਹੋਵੇ it's about to rain, ਮੀਂਹ ਪੈਣ ਹੀ ਵਾਲਾ ਹੈ। ਰਿਸ਼ਤੇਦਾਰ ਆਉਣ ਹੀ ਵਾਲੇ ਹਨ, ਜਲਦੀ ਕਰੋ ਕੰਮ, ਰਿਸ਼ਤੇਦਾਰ ਆਉਣ ਹੀ ਵਾਲੇ ਹਨ। relatives are about to come, ਅਸੀਂ ਪਹੁੰਚਣ ਹੀ ਵਾਲੇ ਹਾਂ। we are about to reach, ਉਹ ਨੱਚਣ ਹੀ ਵਾਲਾ ਹੈ। ਬਣਾਓ, ਇੰਗਲਿਸ਼ ਕੀ ਆਏਗੀ? he is about to dance, he is about to dance। ਕੁਝ ਵੀ ਆਪਾਂ ਕਹਿਣਾ ਵੇ ਉਹ ਚਾਹ ਪੀਣ ਹੀ ਵਾਲਾ ਹੈ, he is about to take tea। ਅੱਛਾ, ਜੇ ਪਾਸਟ ਵਿੱਚ ਆ ਜਾਵੇ, ਆਪਾਂ ਕਹਿਣਾ ਵੇ ਅਸੀਂ ਪਹੁੰਚਣ ਹੀ ਵਾਲੇ ਸੀ, ਤਾਂ was were ਦਾ ਇਸਤੇਮਾਲ ਕਰਾਂਗੇ। ਅਸੀਂ ਪਹੁੰਚਣ ਹੀ ਵਾਲੇ ਸੀ, we were about to reach। ਉਹ ਪਹੁੰਚਣ ਹੀ ਵਾਲਾ ਸੀ, he was about to reach। ਉਹ ਨੱਚਣ ਹੀ ਵਾਲਾ ਸੀ, he was about to dance। ਮੀਂਹ ਪੈਣ ਹੀ ਵਾਲਾ ਸੀ, it was about to rain। ਸੋ ਇਹ ਨਹੀਂ ਹੁੰਦਾ ਕਿ ਹਮੇਸ਼ਾ about ਦਾ ਮਤਲਬ ਲਗਭਗ ਹੁੰਦਾ ਹੈ। about to ਦਾ ਮਤਲਬ ਕੋਈ ਇਨਸਾਨ ਆ ਕੰਮ ਕਰਨ ਹੀ ਵਾਲਾ ਹੈ ਜਾਂ ਵਾਲਾ ਸੀ। ਤਾਂ back to the original sentence ਕੀ ਹੈ? it's about to rain means ਮੀਂਹ ਪੈਣ ਹੀ ਵਾਲਾ ਹੈ।
ਚੱਲਦੇ ਆਂਗੇ। ਬਜ਼ ਆਫ। ਓਹ ਕੀ ਕਿਹਾ ਮੈਂ? ਬਜ਼ ਆਫ। ਜੇ ਤੁਹਾਨੂੰ ਕੋਈ ਕਵੇ ਬਜ਼ ਆਫ, ਇਟ ਮੀਨਸ ਉਹ ਤੁਹਾਨੂੰ ਬੜੇ ਰੁੱਖੇ ਤਰੀਕੇ ਨਾਲ ਕਹਿ ਰਿਹਾ ਹੈ ਕਿ ਦਫਾ ਹੋ ਜਾਓ, ਚਲੇ ਜਾਓ। ਤਾਂ ਅਸਲ ਦੇ ਵਿੱਚ ਬਜ਼ ਆਫ ਦਾ ਮਤਲਬ ਹੁੰਦਾ ਹੈ ਚਲੇ ਜਾਓ ਜਾਂ ਦਫਾ ਹੋ ਜਾਓ, ਪਰ ਇਹ ਹਮੇਸ਼ਾ ਰੁੱਖੇ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਹੈ। ਤੁਸੀਂ ਫਿਲਮਾਂ 'ਚ ਦੇਖਿਆ ਹੋਵੇਗਾ, ਆਪਾਂ ਕਹਿ ਦਿੰਦੇ ਹਾਂ ਗੈਟ ਲੌਸਟ, GET, ਗੈਟ LOST, ਗੈਟ ਲੌਸਟ ਮੀਨਸ ਦਫਾ ਹੋ ਜਾਓ, ਚਲੇ ਜਾਓ। ਉਸੇ ਤਰੀਕੇ ਨਾਲ ਬਜ਼ ਆਫ ਐਕਸਪ੍ਰੈਸ਼ਨ ਵੀ ਬਹੁਤ ਕੰਮ ਆਉਂਦਾ ਹੈ। ਜੇ ਕੋਈ ਕਵੇ ਯੋ ਬਜ਼ ਆਫ, ਇਟ ਮੀਨਸ ਉਹ ਤੁਹਾਨੂੰ ਕਹਿ ਰਿਹਾ ਤੂੰ ਦਫਾ ਹੋ ਜਾ। ਤਾਂ ਯਾਦ ਰੱਖਣਾ ਹੈ ਬਜ਼ ਆਫ ਕਿਹੜਾ ਵਰਡ ਹੈ ਸਾਡੇ ਕੋਲ, ਐਕਸਪ੍ਰੈਸ਼ਨ ਕੀ ਹੈ? ਬਜ਼ ਆਫ। ਓਕੇ, ਨੰਬਰ 10, ਹੀ ਸਪੀਕਸ ਪਿਜਨ ਇੰਗਲਿਸ਼। ਇਹਦੇ ਵਿੱਚ ਜੋ ਡੀ ਹੈ ਸਟੂਡੈਂਟਸ, ਇਹਨੂੰ ਆਪਾਂ ਨਹੀਂ ਬੋਲਣਾ। ਇਹਨੂੰ ਇਹ ਨਹੀਂ ਕਹਿਣਾ ਪਿਡਗਿਨ ਇੰਗਲਿਸ਼, ਇਹ ਹੈ ਪਿਜਨ ਇੰਗਲਿਸ਼। ਮੈਂ ਫਿਰ ਬੋਲ ਦਿੰਦਾ ਹਾਂ ਪਿਜਨ ਇੰਗਲਿਸ਼, ਪਿਜਨ ਇੰਗਲਿਸ਼। ਪਿਜਨ ਇੰਗਲਿਸ਼ ਦਾ ਮਤਲਬ ਕੀ ਹੈ ਹੁਣ? ਟੁੱਟੀ ਫੁੱਟੀ ਅੰਗਰੇਜ਼ੀ। ਹਾਂਜੀ, ਟੁੱਟੀ ਫੁੱਟੀ ਇੰਗਲਿਸ਼ ਨੂੰ ਆਪਾਂ ਕਹਿ ਦਿੰਦੇ ਹਾਂ ਪਿਜਨ ਇੰਗਲਿਸ਼। ਠੀਕ ਹੈ, ਬ੍ਰੋਕਨ ਇੰਗਲਿਸ਼ ਕਈ ਲੋਕ ਯੂਜ਼ ਕਰ ਦਿੰਦੇ ਹਨ, ਬਟ ਅੱਛੀ ਸਪੋਕਨ ਇੰਗਲਿਸ਼ ਲਈ ਟੁੱਟੀ ਫੁੱਟੀ ਇੰਗਲਿਸ਼, ਟੁੱਟੀ ਫੁੱਟੀ ਅੰਗਰੇਜ਼ੀ ਦੀ ਇੰਗਲਿਸ਼ ਤੁਸੀਂ ਕੀ ਕਿਆ ਕਰੋ? ਪਿਜਨ ਇੰਗਲਿਸ਼। ਆਪਾਂ ਕਹਿਣਾ ਹੋਵੇ ਯਾਰ ਉਹ ਕਿਹੜਾ ਸਹੀ ਇੰਗਲਿਸ਼ ਬੋਲਦਾ ਹੈ, ਟੁੱਟੀ ਫੁੱਟੀ ਇੰਗਲਿਸ਼ ਬੋਲਦਾ ਹੈ। ਹੀ ਸਪੀਕਸ ਪਿਜਨ ਇੰਗਲਿਸ਼। ਹੀ ਸਪੀਕਸ ਪਿਜਨ ਇੰਗਲਿਸ਼ ਮੀਨਸ ਉਹ ਟੁੱਟੀ ਫੁੱਟੀ ਅੰਗਰੇਜ਼ੀ ਬੋਲਦਾ ਹੈ। ਤਾਂ ਆਪਾਂ ਨੇ ਹੁਣ ਕੀ ਪੜਿਆ? ਇਟਸ ਅਬਾਊਟ ਟੂ ਰੇਨ। ਅਬਾਊਟ ਟੂ ਮੀਨਸ कोई इंसान एक काम करने ही वाला है, he is about to come, वो ऑन ही वाला है, it's about to rain, मी पैन ही वाला है। बज ऑफ, दफा हो जाओ। तो हनु ही कह रहे मैं, एक्सप्रेशन है। नेक्स्ट, he speaks pidgin English। पिजन इंग्लिश ਹੁਣ ਮੈਨੂੰ ਬੋਲ ਕੇ ਦਿਖਾਓ, ਇਹਦਾ ਮੀਨਿੰਗ ਕੀ ਸੀ? ਟੁੱਟੀ ਫੁੱਟੀ ਇੰਗਲਿਸ਼। ਆਪਾਂ ਆਮ ਕਹਿ ਦਿੰਦੇ ਆ ਯਾਰ ਕੋਈ ਗੱਲ ਨਹੀਂ, ਇਵਨ ਇਫ ਯੂ ਸਪੀਕ ਪਿਜਨ ਇੰਗਲਿਸ਼, ਆਲਰਾਈਟ, ਹੌਲੀ ਹੌਲੀ ਤੂੰ ਠੀਕ ਹੋ ਜਾਏਗਾ। ਪਿਜਨ ਇੰਗਲਿਸ਼ ਮੀਨਸ ਟੁੱਟੀ ਫੁੱਟੀ अंग्रेजी। थैंक यू वेरी मच।